ਮਾਮਲਾ ਅੰਮ੍ਰਿਤਸਰ ਦੇ ਬਲੂ ਹਿਲਸ ਇਮੀਗ੍ਰੇਸ਼ਨ ਦਫ਼ਤਰ ਨਾਲ ਜੁੜਿਆ ਹੈ, ਜਿੱਥੇ ਕੰਮ ਕਰਨ ਵਾਲੇ 22 ਦੇ ਕਰੀਬ ਬੱਚਿਆਂ ਵੱਲੋਂ ਤਨਖਾਹਾਂ ਨਾ ਮਿਲਣ ਦੀ ਸੂਰਤ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲ ਪੇਸ਼ ਹੋ ਕੇ ਸ਼ਿਕਾਇਤ ਕੀਤੀ ਗਈ ਹੈ। ਦਰਅਸਲ ਮਾਲਕਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ, ਕਿਉਂਕਿ ਇਹ ਦਫ਼ਤਰ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਹੈ। ਇੱਥੇ ਕੰਮ ਕਰਨ ਵਾਲੇ ਵਰਕਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਧਮਕਾਇਆ ਵੀ ਜਾ ਰਿਹਾ ਹੈ। ਵਰਕਰਾਂ ਨੇ ਇਨਸਾਫ ਦੀ ਗੁਹਾਰ ਲਾਈ ਹੈ, ਜਿਸ ਸੰਬੰਧੀ ਸ਼ਿਕਾਇਤ ਥਾਣਾ ਰਣਜੀਤ ਐਵੀਨਿਊ ਦੇ SHO ਅਮਨਜੋਤ ਕੌਰ ਕੌਲ ਹਰਾਂ ਵਿਚਾਰ ਅਧੀਨ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਲੂ ਹਿਲਸ ਇਮੀਗ੍ਰੇਸ਼ਨ ਦੇ ਖਿਲਾਫ ਸ਼ਿਕਾਇਤ ਮਿਲੀ ਹੈ। ਜਲਦ ਹੀ ਮਾਲਕਾਂ ਅਤੇ ਇੰਪਲਾਈਜ਼ ਨੂੰ ਆਮਣੇ ਸਾਹਮਣੇ ਬਿਠਾ ਕੇ ਇਸ ਮਾਮਲੇ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਬਲੂ ਹਿਲਸ ਵਿੱਚ ਕੰਮ ਕਰਨ ਵਾਲੇ ਹੈੱਡ ਸਤਿੰਦਰ ਕੌਰ ਅਤੇ ਹੋਰ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੀ 3 ਮਹੀਨੇ ਤੋਂ ਸੈਲਰੀ ਪੈਂਡਿੰਗ ਹੈ ਅਤੇ ਮਾਲਕ ਜੋ ਕਿ ਪਾਰਟਨਰ ਹਨ, ਕਦੇ ਆਫਿਸ ਬੰਦ ਰੱਖਣ ਦੀ ਗੱਲ ਕਰਦੇ ਹਨ, ਕਦੇ ਵਰਕ ਟੂ ਹੋਮ ਲਈ ਨਿਰਦੇਸ਼ ਦਿੰਦੇ ਹਨ ਅਤੇ ਸਾਨੂੰ ਬਿਨਾਂ ਤਨਖਾਹ ਤੋਂ ਕੰਮ ਕਰਵਾਈ ਜਾ ਰਹੇ ਹਨ। ਜੇਕਰ ਤਨਖਾਹ ਮੰਗਣ ਦੀ ਗੱਲ ਕਰੀਏ ਤਾਂ ਪੁਲਿਸ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਸਾਰੇ ਮਸਲੇ ਤੇ ਪੀੜਤ ਇੰਪਲਾਈਜ਼ ਦਾ ਕੀ ਕਹਿਣਾ ਹੈ, ਤੁਹਾਨੂੰ ਸੁਣਾਉਂਦੇ ਹਾਂ। ਕੋਮਲਪ੍ਰੀਤ ਕੌਰ ਆ, ਮੈਂ ਬਲੂ ਹਿਲਸ ਇਮੀਗ੍ਰੇਸ਼ਨ ਟੈਲੀਕੋਲਰ ਐਜ਼ ਅ ਟੈਲੀਕੋਲਰ ਕੰਮ ਕਰਦੀ ਸੀ ਐਂਡ ਮੈਂ ਜੁਲਾਈ 'ਚ ਹੀਗਾ ਜੁਆਇਨ ਕੀਤਾ ਸੀ ਅਤੇ ਜੁਲਾਈ ਦੀ ਮੰਥ ਦੀ ਇਹਨਾਂ ਨੇ ਮੈਨੂੰ ਸੈਲਰੀ ਨਹੀਂ ਦਿੱਤੀ। ਕਦੀ ਇਹ ਕਹਿ ਦਿੰਦੇ ਸੀਗੇ ਕਿ ਆਪਣਾ ਆਫਿਸ ਜਿਹੜਾ ਹੈਗਾ ਵਾ ਅੰਦਰੋਂ ਬੰਦ ਕਰਕੇ ਅੰਦਰ ਹੀ ਕੰਮ ਕਰ ਲਓ, ਜਾਂ ਫਿਰ ਕਦੀ ਕਹਿ ਦਿੰਦੇ ਸੀ ਕਿ ਵਰਕ ਫਰੋਮ ਹੋਮ ਕਰ ਲਓ। ਅਤੇ ਜਦੋਂ ਵੀ ਜਲਦੀ ਘਰੇ ਚਲੇ ਜਾਣਾ ਜਾਂ ਵਰਕ ਫਰੋਮ ਹੋਮ ਕਰਦੇ ਸੀ ਕਿ ਪੇਰੈਂਟਸ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਦਾਂ ਕਰ ਰਹੇ ਹੋ, ਕੁਛ ਇਲੀਗਲ ਤਾਂ ਨਹੀਂ ਉਹ ਕਰ ਰਹੇ। ਅਤੇ ਹੁਣ ਜਿੱਦਾਂ ਆਪਾਂ ਕਿਹਾ ਕਿ ਆਫਿਸ ਸਾਡਾ ਕਲੋਜ਼ ਹੋ ਗਿਆ ਵਾ ਪੱਕਾ, ਐਂਡ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਪੂਰਾ ਮੰਥ ਗਏ ਹੋ, ਕਿੱਥੇ ਜਾਂਦੀ ਹੈ, ਤੁਹਾਨੂੰ ਸੈਲਰੀ ਵੀ ਨਹੀਂ ਦਿੱਤੀ। ਉਹ ਸਾਨੂੰ ਬੋਲ ਰਹੇ ਨੇ ਅਤੇ ਫਿਰ ਆਪਾਂ ਤਾਂ ਇਹਨਾਂ ਕੋਲ ਹੀ ਮੰਗਣੀ ਹੈ ਨਾ ਸੈਲਰੀ, ਵੀ ਸਾਡਾ ਹੱਕ ਤੇ ਦੋ ਕਮ ਸੇ ਕਮ ਸਾਨੂੰ। ਤੁਹਾਡੇ ਕੋਲ ਕਲਾਇੰਟਸ ਆਉਂਦੇ ਨੇ, ਕਲਾਇੰਟਸ ਦੇ ਵੀ ਕੋਈ ਪੈਸੇ ਜਿਹੜੇ ਇਹਨਾਂ ਨੇ ਰੱਖੇ ਹੋਣਗੇ ਜਿਹੜੇ ਵਾਪਸ ਨਹੀਂ ਦਿੱਤੇ? ਜੀ ਮੈਂ ਤਾਂ ਐਸੇ ਮੰਥ ਹੀ ਜੁਲਾਈ ਦੇ ਮੰਥ ਹੀ ਕਰ ਰਹੀ ਹਾਂ। ਮੈਨੂੰ ਇੰਨਾ ਨਹੀਂ ਪਤਾ ਹੈਗਾ ਕਿ ਮੈਂ ਤਾਂ ਐਜ਼ ਅ ਟੈਲੀਕੋਲਰ ਸੀਗੀ, ਮੈਂ ਕਲਾਇੰਟਸ ਨੂੰ ਕਾਲਸ ਕਰਨੀਆਂ ਹੁੰਦੀਆਂ। ਮੈਨੂੰ ਇਹਦਾ ਰਿਕਾਰਡ ਮੈਨੂੰ ਨਹੀਂ ਪਤਾ। ਪਰ ਇੱਥੇ ਅੱਜ ਆਫਿਸ ਜਿਹੜਾ ਬੰਦ ਕਰ ਦਿੱਤਾ ਗਿਆ, ਜਾਂ ਕਦੇ ਕਹਿ ਦਿੱਤਾ ਜਾਂਦਾ ਸੀਗਾ ਕਿ ਅੱਜ ਬੰਦ ਕਰ ਦਿਓ, ਹਫ਼ਤੇ ਬਾਅਦ ਖੋਲ੍ਹ ਲੈਣਾ, ਤਾਂ ਉਹ ਕਿਤੇ ਨਾ ਕਿਤੇ 2 ਨੰਬਰ ਦੇ ਵੀ ਕੰਮ ਹੁੰਦੇ ਸੀ ਜਾਂ ਰਿਸ਼ਵਤ ਲੈਂਦੇ ਸੀ ਜਾਂ ਕਿਸ ਤਰ੍ਹਾਂ? ਇਹ ਨਹੀਂ ਪਤਾ। ਚਲੋ ਆਪਾਂ ਜਦੋਂ ਘਰੇ ਕਰਦੇ ਸੀ ਸਾਨੂੰ ਪੇਰੈਂਟਸ ਤਾਂ ਇਹੀ ਕਹਿੰਦੇ ਸੀ ਕਿ ਤੁਸੀਂ ਕਿਤੇ ਗਲਤ ਤਾਂ ਨਹੀਂ ਕਰ ਰਹੇ, ਜਿਹੜੇ ਤੁਸੀਂ ਉਹਨਾਂ ਤੁਹਾਨੂੰ ਬਾਰ-ਬਾਰ ਇਹ ਚੀਜ਼ ਕਹਿੰਦੇ ਰਹਿੰਦੇ ਆ, ਤੁਸੀਂ ਕਿਤੇ ਫਸ ਤੇ ਨਹੀਂ ਰਹੀਆਂ। ਤਾਂ ਅੱਜ ਕਿੰਨੀ ਦੇਰ ਹੋ ਗਈ ਤੁਹਾਡੀ ਸੈਲਰੀ ਨਹੀਂ ਆਈ, ਔਰ ਟੋਟਲ ਕਿੰਨੇ ਸਟੂਡੈਂਟਸ ਨੇ? ਹੋਰ 13 ਸਟੂਡੈਂਟ ਹੈਗੇ ਆ ਐਂਡ ਮੈਨੂੰ 1 ਮੰਥ, ਕਈਆਂ ਦੀ ਤਾਂ 2 ਮੰਥਸ ਦੀ ਨਹੀਂ ਆਈ। ਮੈਨੂੰ ਤਾਂ ਚਲੋ ਇਸੇ ਮੰਥ ਮੈਂ ਜੁਆਇਨ ਕੀਤਾ ਅਤੇ ਮੇਰੀ ਇਸ ਮੰਥ ਦੀ ਸੈਲਰੀ ਨਹੀਂ ਮੈਨੂੰ ਮਿਲੀ। ਤੁਹਾਡੇ ਵੱਲੋਂ ਉੱਪਰ ਸਰ ਨਾਲ ਕਿਤੇ ਗੱਲ ਹੋਈ ਹੋਵੇ? ਸਟਾਫ ਦੇ ਨਾਲ ਆਪਾਂ ਗਏ ਸੀਗੇ CP ਸਰ ਦੇ ਕੋਲ ਐਂਡ ਉਹਨਾਂ ਨੇ ਕਿਹਾ ਸੀ ਕਿ ਆਪਾਂ ਕੋਈ ਨਹੀਂ ਐਕਸ਼ਨ ਲਵਾਂਗੇ। ਅਤੇ ਕਿੰਨੀ ਦੇਰ ਹੋ ਗਈ ਹੈ ਜਿਹੜੀ ਕੰਪਲੇਂਟ ਕੀਤੀ, ਹਾਲੇ ਤੱਕ ਕੋਈ ਐਕਸ਼ਨ ਹੋਇਆ? ਜੀ ਆਪਾਂ ਸੈਟਰਡੇ ਗਏ ਸੀਗੇ ਐਂਡ ਅੱਜ ਮੰਡੇ ਆ, ਸੈਟਰਡੇ ਕੀਤੀ ਸੀਗੀ। ਤਾਂ ਕੀ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜਾ ਉਹਨਾਂ ਨੇ ਤਾਂ ਬੋਲਿਆ ਸੀ ਕੋਈ ਨਹੀਂ ਆਪਾਂ ਐਕਸ਼ਨ ਲਵਾਂਗੇ, ਬਟ ਉਹਨਾਂ ਨੇ ਤਾਂ ਕੋਈ ਐਕਸ਼ਨ ਨਹੀਂ ਲਿੱਤਾ। ਸੋ ਤੁਹਾਡੀ ਤਾਂ ਹੀ ਆਪਾਂ ਹੈਲਪ ਦਿੱਤੀ ਹੋਈ ਆ, ਤੁਹਾਡੀ ਹੈਲਪ ਦੇ ਨਾਲ ਹੀ ਸਾਡੀ ਸੈਲਰੀ ਆ ਗਈ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ ਤੇ ਕਿੱਥੇ ਕੰਮ ਕਰਦੇ ਹੋ ਤੇ ਕੀ ਜਿਹੜੀ ਪ੍ਰੋਬਲਮ ਆ ਰਹੀ ਹੈ? ਜੀ ਮੈਂ ਨੇਚਰਦੀਪ ਕੌਰ ਹਾਂ, ਮੈਂ ਬਲੂ ਹਿਲਸ 'ਤੇ ਕੰਮ ਕਰਦੀ ਹਾਂ ਅਤੇ ਮੈਂ ਜੂਨ ਮੰਥ ਇੱਥੇ ਕੰਮ ਕੀਤਾ। ਜੁਲਾਈ ਦੇ ਵਿੱਚ ਇਹਨਾਂ ਨੇ ਮਤਲਬ ਕਲੋਜ਼ ਕਰਤਾ, ਕਦੀ ਆ ਗਏ ਕਦੀ ਨਹੀਂ, ਆਫਿਸ ਕਲੋਜ਼ ਕਰ ਦਿਓ। ਮਤਲਬ ਆਫਿਸ ਕਲੋਜ਼ ਕਰਨ ਵੱਲੋਂ ਹੀ ਜ਼ਿਆਦਾ ਸਾਨੂੰ ਕਿਹਾ ਗਿਆ ਹੈ ਕਿ ਅਸੀਂ ਆਪਣਾ GST ਕਰਾਉਣਾ ਵਾ, ਜਾਂ ਸਾਨੂੰ ਇਹ ਇਸ਼ੂ ਮਤਲਬ ਇਸ਼ੂਸ ਬਾਰੇ ਹੀ ਗੱਲਾਂ ਕੀਤੀਆਂ। ਆਫਿਸ ਅੰਦਰੋਂ ਬੰਦ ਕਰਕੇ ਵਰਕ ਫਰੋਮ ਹੋਮ ਕਰ ਲਓ, ਇੱਦਾਂ ਗੱਲਾਂ ਕੀਤੀਆਂ ਇਹਨਾਂ ਨੇ। ਅਤੇ ਮਤਲਬ ਕਿਸੇ ਦੀ ਵੀ ਕੋਈ ਸੈਲਰੀ ਨਹੀਂ ਦਿੱਤੀ ਹੈਗੀ। ਸੈਕੰਡਲੀ ਇਹਨਾਂ ਨੇ ਤਾਂ ਈਵਨਲੀ ਮੇਡ ਇੱਕ ਕੰਮ ਕਰਦੀ ਸੀ, ਸਿੰਗਲ ਮਦਰਸ ਨੇ ਉਹ ਵੀ ਕੰਮ ਕਰਦੀ। ਮੈਂ ਵੀ ਇੱਕ ਸਿੰਗਲ ਮਦਰ ਹਾਂ ਅਤੇ ਮੈਂ ਵੀ ਕੰਮ ਕਰਦੀ ਹਾਂ ਇੱਥੇ, ਲੇਕਿਨ ਸਾਨੂੰ ਕੋਈ ਵੀ ਸੈਲਰੀ ਨਹੀਂ ਪੇ ਕੀਤੀ ਗਈ ਇਹਨਾਂ ਵੱਲੋਂ। ਕਦੀ ਅਕਾਊਂਟ 'ਚ ਆ ਜਾਏਗੀ ਸੈਲਰੀ, ਤੁਹਾਨੂੰ ਔਨਲਾਈਨ ਪੇ ਕਰ ਦਿੰਦੇ ਆ, ਕਦੀ GPay ਕਰ ਦਿੰਦੇ ਆ, ਬਟ ਇਹਨਾਂ ਦੇ ਲਾਰੇ ਹੀ ਲਏ ਆ, ਇਹਨਾਂ ਨੇ ਕੋਈ ਵੀ ਸੈਲਰੀ ਪੇ ਨਹੀਂ ਕੀਤੀ ਸਾਨੂੰ। ਪਾਰਟਨਰਸ਼ਿਪ 'ਚ ਚੱਲ ਰਿਹਾ ਜਾਂ ਇੱਕ ਹੀ ਓਨਰ ਨੇ ਇਹਨਾਂ ਦਾ? ਜੀ ਇਹਨਾਂ ਦੀ ਪਾਰਟਨਰਸ਼ਿਪ ਦੇ ਵਿੱਚ ਹੈਗਾ ਵਾ ਸੰਦੀਪ ਸਿੰਘ ਹੁੰਦਲ ਨੇ ਅਤੇ ਇੱਕ ਅਮਨਦੀਪ ਸਿੰਘ ਜੀ ਨੇ, ਇਹ ਦੋਨੇ ਪਾਰਟਨਰਸ ਨੇ। ਅਤੇ ਇਹਨਾਂ ਦੋਨਾਂ ਦੇ ਨਾਲ ਹੀ ਇਹ ਬਲੂ ਹਿਲਸ ਚੱਲ ਰਹੀ ਹੈ। ਅਤੇ ਇਹਨਾਂ ਨੇ ਹੀ ਮਤਲਬ ਜਦੋਂ ਵੀ ਇਹਨਾਂ ਦੇ ਨਾਲ ਗੱਲ ਹੁੰਦੀ ਹੈ, ਇੱਕ ਪਾਰਟਨਰ ਕੁਛ ਗੱਲ ਕਰਦਾ, ਦੂਸਰਾ ਪਾਰਟਨਰ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੈ। ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਹਰਾਸਮੈਂਟ ਕੀਤੀ ਗਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ? ਬਿਲਕੁਲ ਸਰ, ਇਹ ਧਮਕੀਆਂ ਵੀ ਦੇ ਰਹੇ ਨੇ ਸਾਨੂੰ ਕਿ ਮੈਂ ਅੰਮ੍ਰਿਤਸਰ ਵੀ ਦੇਖ ਲੂੰਗਾ, ਮੈਂ ਚੰਡੀਗੜ੍ਹ ਵੀ ਦੇਖ ਲੂੰਗਾ। ਅਤੇ ਕਹਿਣ ਦਾ ਮਤਲਬ ਅਸੀਂ ਸਿਰਫ ਆਪਣੀ ਸੈਲਰੀਜ਼ ਵਾਸਤੇ ਕਹਿ ਰਹੇ, ਬਾਕੀ ਇਹਨਾਂ ਦਾ ਮੈਟਰ ਜੋ ਵੀ ਹੈਗਾ ਇਹ ਕਲਾਇੰਟਸ ਦੇ ਨਾਲ ਖੁਦ ਦੇਖਣਗੇ। ਸਾਨੂੰ ਸਾਡੀਆਂ ਸੈਲਰੀਜ਼ ਚਾਹੀਦੀਆਂ ਵਾ, ਇਸ ਤੋਂ ਅਬਵ ਸਾਨੂੰ ਕੁਝ ਨਹੀਂ ਚਾਹੀਦਾ। ਤੁਹਾਡੇ ਕਲਾਇੰਟਸ ਇੱਥੇ ਜਿਹੜੇ ਕੋਈ ਮਿਲਕਮੈਨ ਹੋਵੇ, ਕੋਈ ਮੇਡ ਹੋਵੇ, ਉਹਨਾਂ ਦੇ ਵੀ ਪੈਸੇ ਨਹੀਂ ਦਿੱਤੇ? ਬਿਲਕੁਲ ਇਹਨਾਂ ਨੇ ਮਿਲਕਮੈਨ ਦੇ ਵੀ ਪੈਸੇ ਨਹੀਂ ਦਿੱਤੇ, ਮੇਡ ਦੇ ਵੀ ਪੈਸੇ ਨਹੀਂ ਦਿੱਤੇ। ਇੱਕ ਆਫਿਸ ਬॉय ਸੀ, ਉਹ ਵੀ ਇੱਦਾਂ ਕੰਮ ਕਰਦਾ ਸੀ, ਮਤਲਬ ਲਾਈਕ ਜਿਸ ਤਰ੍ਹਾਂ ਮੇਡ ਰੱਖੀ ਹੋਈ ਸੀ ਆਪਾਂ, ਉਹ ਵੀ ਚਾਹ ਪਾਣੀ ਪਿਆਉਂਦਾ ਸੀ
ਤੇ ਉਹਦੇ ਵੀ ਪੈਸੇ ਨਹੀਂ ਦਿੱਤੇ ਇਹਨਾਂ ਨੇ। ਤੇ ਤਾਂ ਤੁਹਾਡੇ ਵੱਲੋਂ ਕਿਤੇ ਕੰਪਲੇਂਟ ਦਿੱਤੀ ਗਈ ਹੋਵੇ, ਉਹਨਾਂ ਵੱਲੋਂ ਕੋਈ ਸਪਸ਼ਟ ਦਿਵਾਇਆ ਜਾਵੇ? ਜੀ ਹਾਂ, ਆਪਾਂ ਸੀਪੀ ਸਾਹਿਬ ਨੂੰ ਇੱਕ ਕੰਪਲੇਨ ਦਿੱਤੀ ਹੋਈ ਆ। ਉਹਦੇ ਅਕੋਰਡਿੰਗ ਨੈਕਸਟ ਦੇਖੋ ਉਹ ਕੀ ਸਟੈਪ ਲੈਂਦੇ ਨੇ, ਕਿਹਨਾਂ ਨੂੰ ਮਾਰਕ ਕਰਦੇ ਨੇ, ਕਿਉਂਕਿ ਸਾਨੂੰ ਹੁੰਦਰ ਸਾਹਿਬ ਨੇ ਕਿਹਾ ਸੀਗਾ ਕਿ ਮਤਲਬ ਵੀ ਕਰਨਗੇ, ਲੇਕਿਨ ਉਹਨਾਂ ਨੇ ਸੈਲਰੀ ਦੇਣਗੇ, ਮਤਲਬ ਉਹਨਾਂ ਨੇ ਕੋਈ ਵੀ ਸੈਲਰੀ ਨਹੀਂ ਦਿੱਤੀ। ਤਾਂ ਉਹਨਾਂ ਵੱਲੋਂ ਕਿਤੇ ਪਹੁੰਚ ਤਾਂ ਨਹੀਂ ਦਿਖਾਈ ਗਈ ਕਿ ਸਾਡੇ ਉੱਪਰ ਤੱਕ ਲਿੰਕ ਨੇ ਜਾਂ ਕਿਸ ਤਰ੍ਹਾਂ ਵੀ ਤੁਹਾਨੂੰ ਅਸੀਂ ਮੈਨੇਜ ਕਰ ਲਾਂਗੇ? ਬਿਲਕੁਲ, ਉਹਨਾਂ ਨੇ ਵੈਸੇ ਤਾਂ ਕਿਹਾ ਹੋਇਆ ਸੰਦੀਪ ਸਿੰਘ ਜੀ ਨੇ ਕਿ ਉਹ 50% ਦੇਣਗੇ, ਪੇ ਕਰਨਗੇ। ਬਾਕੀ ਸਾਨੂੰ ਤਾਂ ਅੱਜ ਤੱਕ 50% ਕਿ 25% ਵੀ ਨਹੀਂ ਮਿਲਿਆ, 10% ਵੀ ਨਹੀਂ ਮਿਲਿਆ, ਕੁਝ ਵੀ ਨਹੀਂ, ਮਤਲਬ ਇੱਥੇ ਹੀ ਲਗਾ ਲਓ ਕੁਝ ਵੀ ਨਹੀਂ ਦਿੱਤਾ ਗਿਆ। 50% ਕਿਹਾ ਉਹਨਾਂ ਨੇ, ਬਟ ਹਾਲੇ ਤੱਕ ਕੁਝ ਵੀ ਪੇਮੈਂਟ ਕਿਸੇ ਨੂੰ ਨਹੀਂ ਕੀਤੀ ਗਈ ਹੈ। ਕਿੰਨੀ ਦੇਰ ਤੋਂ ਜਿਹੜੀਆਂ ਸੈਲਰੀ ਨਹੀਂ ਆਈ ਤੁਹਾਡੀ? ਜੀ ਜੂਨ ਮੰਥ ਦੀ ਸੈਲਰੀ ਔਰ ਜੁਲਾਈ ਮੰਥ ਦੀ ਸੈਲਰੀ ਪੈਂਡਿੰਗ ਆ। ਮਤਲਬ ਜੂਨ ਮੰਥ ਤੇ ਮੈਂ ਲਾਸਟ ਜੁਲਾਈ 3 ਜੁਲਾਈ ਨੂੰ ਮੈਂ ਇੱਥੇ ਲੀਵ ਕਰਤਾ ਸੀਗਾ। ਆਫਟਰ ਮੈਂ ਇੱਥੇ ਕਾਫੀ ਚੱਕਰ ਲਾਏ ਨੇ ਆਫਿਸ ਦੇ, ਲੇਕਿਨ ਮੈਨੂੰ ਕੋਈ ਵੀ ਇਹਨਾਂ ਵੱਲੋਂ ਰਿਸਪੌਂਸ ਦਿੱਤਾ ਹੀ ਨਹੀਂ ਗਿਆ ਹੈਗਾ। ਤਾਂ ਚੈਨਲ ਰਾਹੀਂ ਕੋਈ ਅਪੀਲ ਕਰਨੀ ਚਾਹੋਗੇ ਜਿਹੜੀ? ਜੀ ਹਾਂ, ਬਿਲਕੁਲ ਚੈਨਲ ਰਾਹੀਂ ਇਹੀ ਅਪੀਲ ਕਰਨਾ ਚਾਹਾਂਗੀ ਕਿ ਸਾਡੀ ਸੈਲਰੀ ਸਾਨੂੰ ਦਿੱਤੀਆਂ ਜਾਣ। ਬਾਕੀ ਜੋ ਵੀ ਹੈਗਾ ਵਾ, ਜਿੰਨੇ ਵੀ ਇੱਥੇ ਵਰਕਰਸ ਕੰਮ ਕਰ ਰਹੇ ਆ, ਈਵਨਲੀ ਮੈਨੂੰ ਨਹੀਂ, ਉਹਨਾਂ ਨੂੰ ਵੀ ਹਰਾਸਮੈਂਟ ਹੋ ਰਹੀ ਹੈ ਤੇ ਉਹਨਾਂ ਨੂੰ ਵੀ ਸੈਲਰੀਸ ਉਹਨਾਂ ਦੀਆਂ ਪੇ ਕੀਤੀਆਂ ਜਾਣ। ਠੀਕ ਹੈ। ਹਾਂਜੀ ਮੈਮ, ਸਭ ਤੋਂ ਪਹਿਲੇ ਆਪਣਾ ਨਾਮ ਦੱਸ ਕੇ ਕਿੱਥੇ ਕੰਮ ਕਰਦੇ ਹੋ ਤੇ ਕੀ ਮਾਮਲਾ ਹੈ? ਜੀ ਮੇਰਾ ਨਾਮ ਸਤਿੰਦਰ ਹੈ, ਮੈਂ ਬਲੂ ਹਿਲਸ ਇਮੀਗ੍ਰੇਸ਼ਨ ਵਿੱਚ ਕੰਮ ਕਰਦੀ ਹਾਂ। ਇਹ ਸੀ ਬਲਾਕ ਰਣਜੀਤ ਐਵੀਨਿਊ 'ਚ ਹੈਗਾ ਤੇ ਅਸੀਂ ਤਕਰੀਬਨ ਇੱਥੇ 13 ਤੋਂ ਲੈ ਕੇ 14 ਜਣੇ ਕੰਮ ਕਰ ਰਹੇ ਸੀਗੇ ਲਾਸਟ 2 ਮੰਥਸ ਤੋਂ, ਜਿਨ੍ਹਾਂ ਦੀ ਸੈਲਰੀ ਅਜੇ ਪੈਂਡਿੰਗ ਪਈ ਹੈ। ਤੇ ਮੈਂ ਅੱਜ ਵੀ ਗੱਲ ਕੀਤੀ ਸੀਗੀ, ਅੱਧਾ ਪੌਣਾ ਘੰਟਾ ਪਹਿਲਾਂ ਮੇਰੀ ਐਮਡੀ ਨਾਲ ਗੱਲ ਹੋਈ ਹੈ ਤੇ ਐਮਡੀ ਨੇ ਉਦੋਂ ਕਿਹਾ ਸੀਗਾ ਕਿ ਮੈਂ 50% ਸੈਲਰੀਜ਼ ਦੇ ਦੇਣਾ ਹੈ। ਨਾਲ ਹੀ ਉਹਨਾਂ ਦੀ ਇੱਕ ਧਮਕੀ ਆ ਗਈ ਸੀਗੀ ਸਾਨੂੰ ਕਿ ਜੇ ਕਿਸੇ ਨੇ ਵੀ ਇੱਥੋਂ ਵੀ ਜੇ ਪਤਾ ਲੱਗ ਰਿਹਾ ਹੈ ਸਟੂਡੈਂਟਸ ਨੂੰ ਕਿ ਜਿਨ੍ਹਾਂ ਦੇ ਪੈਸੇ ਆਏ ਹੋਏ ਆ ਸਾਡੇ ਕੋਲ, ਤੇ ਜੇ ਉਹਦੇ ਵਿੱਚ ਕਿਸੇ ਵੀ ਸਟਾਫ ਦੀ ਇਨਵੋਲਵਮੈਂਟ ਹੋਈ ਤੇ ਮੈਂ ਉਹਨੂੰ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਵੀ ਵੇਖ ਲਾਂਗਾ ਕਿ ਮੈਂ ਕੀ ਕਰ ਸਕਦਾ ਹਾਂ। ਤੇ ਮੇਰਾ ਦਿਮਾਗ ਫਿਰਨ ਦੀ ਗੱਲ ਆ। ਕਿੰਨੀ ਕੁ ਦੇਰ ਤੋਂ ਮੈਮ ਇਹ ਦਫ਼ਤਰ ਬੰਦ ਹੈ? ਕਿੰਨੀ ਦੇਰ ਤੋਂ ਤੁਹਾਡੀਆਂ ਸੈਲਰੀਆਂ ਨਹੀਂ ਦਿੱਤੀਆਂ ਰਹੀ? ਇਹ ਸਰ ਵੈਸੇ ਤਾਂ ਕਾਫੀ ਦੇਰ ਤੋਂ ਚੱਲ ਰਿਹਾ, ਜਿੱਥੋਂ ਤੱਕ ਮੈਨੂੰ ਮਾਰਕੀਟ ਤੋਂ ਪਤਾ ਲੱਗਿਆ, ਕਿਉਂਕਿ ਮੈਂ ਅੰਮ੍ਰਿਤਸਰ ਤੋਂ ਲੋਕਲ ਨਹੀਂ ਹੈਗੀ। ਮੇਰੀ ਵੀ ਇੱਥੇ ਜੁਆਇਨਿੰਗ ਹੋਈ ਸੀਗੀ ਲਾਸਟ ਟੂ ਲਾਸਟ ਮੰਥ, ਮੈਨੂੰ ਅਜੇ 3 ਮੰਥ ਹੀ ਹੋਏ ਨੇ। 1 ਮਹੀਨੇ ਦੀ ਮੈਨੂੰ ਸੈਲਰੀ ਮਿਲੀ ਹੈ ਤੇ ਜੂਨ ਜੁਲਾਈ ਦੋਨਾਂ ਦੀ ਪੈਂਡਿੰਗ ਪਈ ਹੈ। ਜਦੋਂ ਮੈਂ ਆਈ ਸੀਗੀ ਤੇ ਪੁਰਾਣੇ ਦਾ ਸਾਰਾ ਹੀ ਸਟਾਫ ਜਿਹੜਾ ਹੀ ਨਿਕਲ ਚੁੱਕਾ ਸੀਗਾ ਤੇ ਉਹ ਸਟਾਫ ਵੀ ਈਵਨ ਜਿਹੜਾ ਪੁਰਾਣਾ 2-3 ਜਣੇ ਸੀਗੇ ਮੇਰੇ ਆਉਣ 'ਤੇ ਜਿਹੜੇ ਵੀ ਨਿਕਲੇ ਨੇ, ਉਹਨਾਂ ਦੀ ਵੀ ਸੈਲਰੀ ਪੈਂਡਿੰਗ ਪਈ ਹੈ, ਜਿਹਦੇ ਵਿੱਚ 2 ਬਾਉਂਸਰਸ ਆ ਮੇਰੇ ਕੋਲ, 1 ਕਾਉਂਸਲਰ ਸੀਗੀ, ਕੁਝ ਟੈਲੀ ਕਾਲਰਸ ਨੇ। ਕੁਛ ਦੀ ਸੈਲਰੀ ਚਲੇ ਗਈ ਹੈ ਤੇ ਕੁਛ ਦੀ ਰਹਿ ਗਈ ਹੈ, ਕੁਛ ਦੀ ਤੇ ਜੂਨ ਦੀ ਨਿਕਲ ਗਈ, ਮੇਰੀ ਜੂਨ ਦੀ ਰਹਿ ਗਈ ਹੈ। ਬਾਕੀ ਬੱਚੇ ਜਿਨ੍ਹਾਂ ਦੇ ਸਾਰਿਆਂ ਦੀ ਜੁਲਾਈ ਦੀ ਪੈਂਡਿੰਗ ਹੈ। ਜੂਨ ਤੱਕ ਇਹ ਆਫਿਸ ਚੱਲਿਆ ਹੈ। ਜੁਲਾਈ ਦਾ ਕਦੀ ਇਹ ਹੁੰਦਾ ਸੀਗਾ ਕਿ ਅੱਜ ਅਮਨ ਸਰ ਦਾ ਸਾਨੂੰ ਬੇਸਿਕਲੀ ਫੋਨ ਆਉਂਦਾ ਸੀਗਾ ਕਿ ਮੈਡਮ ਅੱਜ ਆਫਿਸ ਬੰਦ ਕਰ ਦਿਓ, ਹੁਣ 2 ਦਿਨ ਨਾ ਚਲਾਇਓ, ਸਾਡੇ ਕੋਲ GST ਨਹੀਂ ਹੈਗਾ। ਪਤਾ ਨਹੀਂ ਸਰ ਹੁਣ GST ਨਹੀਂ ਹੈਗਾ ਜਾਂ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ। ਜਿੱਥੋਂ ਤੱਕ ਮੈਨੂੰ ਨੌਲੇਜ ਹੈਗੀ ਹੈ, ਮੈਨੂੰ ਚਲੋ ਕਾਫੀ ਦੇਰ ਹੋ ਗਈ ਇਮੀਗ੍ਰੇਸ਼ਨ 'ਚ ਕੰਮ ਕਰਦੇ ਆ, ਤੇ ਜਦੋਂ ਅਸੀਂ ਵਰਕ ਪਰਮਿਟਸ ਕਰਦੇ ਹਾਂ ਸਾਨੂੰ ਇੱਕ ਹੋਮ ਮਿਨਿਸਟਰੀ ਹੋਮ ਅਫੇਅਰਸ ਤੋਂ ਇੱਕ ਲਾਇਸੈਂਸ ਇਸ਼ੂ ਕਰਵਾਉਣਾ ਹੁੰਦਾ ਆ, ਜੋ ਕਿ ਇਹਨਾਂ ਕੋਲ ਨਹੀਂ ਹੈਗਾ। ਇਹ ਨਿਊਜ਼ੀਲੈਂਡ ਦਾ ਵਰਕ ਪਰਮਿਟ ਆ, ਬੜੇ ਧੜੱਲੇ ਨਾਲ ਕਰ ਰਹੇ ਨੇ, ਜਿਹਦੇ ਵਿੱਚ ਕਾਫੀ ਇਹਨਾਂ ਦੀਆਂ ਡਾਊਨ ਪੇਮੈਂਟਸ ਵੀ ਮੋਟੀਆਂ ਹੈਗੀਆਂ ਨੇ। ਨਾ ਤੇ ਉਹਨਾਂ ਦੀ ਕੋਈ ਆਫਰ ਲੈਟਰ ਆਉਂਦੀ ਹੈ, ਨਾ ਕੁਝ ਹੋਰ ਆਉਂਦਾ। ਆਫਰ ਲੈਟਰ ਦਾ ਇੱਕ ਮੇਲ ਤੇ ਸਕਰੀਨਸ਼ਾਟ ਖਿੱਚ ਕੇ ਭੇਜਿਆ ਜਾਂਦਾ ਆ ਕਿ ਤੁਹਾਡੀ ਆਫਰ ਲੈਟਰ ਆ ਗਈ ਹੈ, ਸਾਨੂੰ 1.5 ਲੱਖ ਰੁਪਇਆ ਜਮ੍ਹਾਂ ਕਰਾ ਜਾਓ, 25,000 ਪ੍ਰੋਸੈਸਿੰਗ ਚਾਰਜਸ ਹੁੰਦੇ ਨੇ। ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਨੇਡਾ ਦਿੱਤਾ ਸੀਗਾ SX ਵੀਜ਼ਾ, ਨਾਲ ਹੀ ਸੀਗਾ ਕੁਝ UK ਸ਼ਾਰਟ ਟਰਮ ਵੀਜ਼ਾ ਸੀਗੇ ਜਿਨ੍ਹਾਂ ਤੋਂ 4-4 ਲੱਖ 2-2 ਲੱਖ ਰੁਪਏ ਇਹਨਾਂ ਨੇ ਲਿਆ ਸੀਗਾ, ਅਜੇ ਤੱਕ ਜਿਨ੍ਹਾਂ ਦਾ ਕੁਝ ਵੀ ਨਹੀਂ ਹੋਇਆ। ਤੇ ਈਵਨ ਸਾਨੂੰ ਅਜੇ ਤੱਕ ਮੇਰੇ ਸਟਾਫ ਦੀ ਚਲੋ ਗੱਲ ਨਹੀਂ ਹੋਈ, ਬਟ ਸਾਨੂੰ ਇਹ ਧਮਕੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੇ ਕਿਸੇ ਵੀ ਸਟਾਫ ਮੈਂਬਰ ਦੀ ਇਨਵੋਲਵਮੈਂਟ ਹੋਈ ਇਸ ਚੀਜ਼ 'ਚ ਕਿ ਜਿਹੜੀਆਂ ਸਟੂਡੈਂਟਸ ਨੇ ਸਾਡੇ ਕੋਲ ਲੀਗਲ ਚੱਲ ਰਹੇ ਨੇ ਉਹਨਾਂ ਨੂੰ ਕਾਲ ਕੀਤੀ ਤੇ ਫਿਰ ਮੈਂ ਤੁਹਾਡਾ ਕੁਛ ਨਾ ਕੁਛ ਕਰਾਂਗਾ, ਮੇਰਾ ਦਿਮਾਗ ਨਾ ਫਿਰੇ। ਇਹਨਾਂ ਦੇ ਜਿਹੜੇ ਓਨਰ ਨੇ ਉਹ ਪਾਰਟਨਰਸ਼ਿਪ 'ਚ ਨਹੀਂ ਆ, ਇਕੱਲੇ ਨੇ? ਇਹ ਸਰ 2 ਪਾਰਟਨਰਸ ਨੇ। ਇੱਕ ਹੈਗੇ ਨੇ ਸੰਦੀਪ ਸਿੰਘ ਹੁੰਦਲ ਜੀ, ਜਿਹੜਾ 44D ਦੇ ਵਿੱਚ ਆਪਣਾ ਆਫਿਸ ਚਲਾ ਰਹੇ ਨੇ, ਉਹਨਾਂ ਦੀ ਵਾਈਫ ਆ ਨਾਲ ਨਵਦੀਪ ਕੌਰ ਹੁੰਦਲ, ਤੇ ਸੈਕਿੰਡ ਇੱਥੇ ਅੰਮ੍ਰਿਤਸਰ ਵਾਲੀ ਬ੍ਰਾਂਚ ਜਿਹੜੀ ਮਿਸਟਰ ਅਮਨਦੀਪ ਸਿੰਘ ਸ਼ੀਨਾ ਜੀ ਨੇ ਜੀ। ਤੇ ਮੈਮ ਤੁਹਾਡੀ ਕਿੰਨੀ ਦੇਰ ਤੋਂ ਕਿੰਨੇ EMPLOYE ਨੇ ਜਿਨ੍ਹਾਂ ਦੀ ਸੈਲਰੀ ਜਿਹੜੀ ਹੈ, ਤੇ ਹੋਰ ਕਲਾਇੰਟਸ ਵੀ ਹੋਣਗੇ, ਕਿੰਨੇ ਕੁ ਪੈਸੇ ਹੋਣਗੇ ਜਿਹੜੇ ਅੜੇ ਹੋਏ? ਸਰ ਜਿੰਨਾ ਕਿ ਮੈਂ ਵੇਖਿਆ ਆ 21-22 ਜਣੇ ਦਾ ਲੀਗਲ ਚੱਲ ਹੀ ਰਿਹਾ ਸੀਗਾ, ਜਿੰਨੇ ਕਿ ਮੈਨੂੰ ਮਿਲੇ ਆ। ਬਾਕੀ ਕਿੰਨੇ ਨਿਕਲ ਗਏ, ਕਿੰਨੇ ਆਉਣੇ ਆ, ਕਿੰਨੇ ਰਹਿ ਗਏ ਆ, ਉਹਨਾਂ ਦੀ ਮੈਨੂੰ ਕੋਈ ਨੌਲੇਜ ਨਹੀਂ ਹੈਗੀ। ਮੇਰੇ ਕੋਲ 13 ਬੱਚੇ ਸੀਗੇ ਜਿਹੜੇ ਸਟਾਫ ਆ ਜਿਨ੍ਹਾਂ ਦੀ ਸੈਲਰੀ ਪੈਂਡਿੰਗ ਪਈ ਆ। ਈਵਨ ਉਹਦੇ ਵਿੱਚ ਆਫਿਸ ਬॉय, ਮੇਡ ਵੀ ਹੈਗੀ ਹੈ, ਟੈਲੀ ਕਾਲਰਸ ਹੈਗੇ ਨੇ, ਰਿਸੈਪਸ਼ਨ ਵਾਲੀ ਹੈਗੀ ਆ, 2 ਬਾਉਂਸਰਸ ਨੇ ਜਿਨ੍ਹਾਂ ਦੀ ਸੈਲਰੀ ਅਜੇ ਪੈਂਡਿੰਗ ਪਈ ਆ।
ਤੇ ਕਲਾਇੰਟਸ ਦੇ ਕਿੰਨੇ ਕੁ ਪੈਸੇ ਜਿਹੜੇ ਮੈਮ ਹੋਣਗੇ ਜਿਹੜੇ ਵੀਜ਼ਾ ਲਵਾਉਣ ਹੁੰਦੇ ਸੀ? ਸਰ ਜਿੰਨਾ ਕੁ ਮੈਂ ਮਿਲੀ ਆ, ਕੁਝ ਕਲਾਇੰਟਸ ਤੇ ਆ ਕੇ ਇੱਥੇ ਧਮਕੀਆਂ ਦਿੰਦੇ ਸੀਗੇ। ਇੱਕ ਕੋਈ ਬਾਬਾ ਜੀ ਹੈਗੇ ਨੇ, ਐਸਡੀਓ ਨੇ, ਆਈ ਥਿੰਕ ਪਤਾ ਨਹੀਂ ਕੀ ਨੇ, ਬਟ ਉਹਨਾਂ ਦੀ ਮੈਨੂੰ ਸਿੱਧੀ ਧਮਕੀ ਵੀ ਆਉਂਦੀ ਰਹੀ ਆ ਫੋਨ ਤੇ। ਜਿਹੜਾ ਇੱਕ ਅਫੀਸ਼ੀਅਲ ਫੋਨ ਸੀਗਾ ਉਹਦੇ ਵਿੱਚ ਰਿਕਾਰਡਿੰਗਸ ਵੀ ਹੋਣਗੀਆਂ, ਜੋ ਕਿ ਫੋਨ ਇਸ ਟਾਈਮ ਤੇ ਅਮਨ ਸਰ ਕੋਲ ਆ। ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਮੈਡਮ ਤੁਸੀਂ ਨਾ ਮੈਨੂੰ ਮਿਲ ਜਿਓ, ਨੇ ਮੈਂ ਤੁਹਾਡੀਆਂ ਰੇਤਾਂ ਵੱਢ ਦੇਣੀਆਂ ਨੇ, ਅਦਰਵਾਈਜ਼ ਮੈਂ ਇਹਨਾਂ ਦੀਆਂ ਤੇ ਵੱਢਣੀਆਂ। ਉਹਨਾਂ ਤੋਂ ਆਈ ਥਿੰਕ ਇਹਨਾਂ ਨੇ 4 ਲੱਖ ਰੁਪਏ ਆ ਕੇ 5 ਲੱਖ ਰੁਪਏ ਦੇਣਾ। ਬਾਕੀ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਜ਼ਿਆਦਾ ਕਲਾਇੰਟਸ ਹੈਗੇ ਨੇ, 21-22 ਦੇ ਮੇਰੀ ਨੌਲੇਜ 'ਚ ਨੇ। ਇਹਨਾਂ ਦੇ ਆਫਿਸ ਹੋਰ ਵੀ ਹੈਗੇ ਨੇ ਬਲੂ ਹਿਲਸ ਦੇ? ਜੀ ਇੱਕ 44D 'ਚ ਦਾ ਹੈੱਡ ਆਫਿਸ ਆ, ਤੇ ਬਾਕੀ ਇਹ ਬ੍ਰਾਂਚ ਆ। ਅਜੇ ਤੇ ਕਹਿੰਦੇ ਸੀਗੇ ਫਿਊਚਰ ਵਿੱਚ ਆਪਾਂ ਚੰਗੀਆਂ ਬ੍ਰਾਂਚਸ ਖੋਲਾਂਗੇ, ਬਟ ਹੁਣ ਹੀ ਇਹ ਕੰਮ ਹੋ ਗਿਆ ਤੇ ਅੱਗੇ ਬ੍ਰਾਂਚਾਂ ਕਿੱਥੋਂ ਖੁੱਲ ਜਾਣਗੀਆਂ। ਤਾਂ ਕਿੰਨੀ ਕੁ ਦੇਰ ਹੋ ਗਈ ਹੈ ਜਿਹੜੀ ਤੁਹਾਨੂੰ ਲਾਰੇ ਲਗਾਈ ਜਾ ਰਹੇ ਨੇ? ਕਿੰਨੀ ਦੇਰ ਤੋਂ ਜਿਹੜੀ ਤੁਹਾਡੀ ਸਰ ਮੈਨੂੰ ਵੈਸੇ ਤੇ ਮੇਰੀ ਇਹਨਾਂ ਦੀ ਇੱਕ ਸੈਲਰੀ ਰੇਟ ਵਿੱਚ ਬਿਲਕੁਲ ਵਿਚਕਾਰ ਜੇ ਆਉਂਦੀ ਹੈ ਮਹੀਨੇ ਦੇ 15 ਦਿਨ ਦੀ ਸੈਲਰੀ ਥੱਲੇ ਰੱਖਦੇ ਨੇ। ਇਹ ਮਹੀਨੇ ਦੇ ਵਿਚਕਾਰ ਰੱਖਦੇ ਨੇ ਸੈਲਰੀ, ਕਿ ਜਿੱਦਾਂ ਅੱਜ ਤੁਸੀਂ ਕੰਮ ਜੁਆਇਨ ਕੀਤਾ 1 ਤਰੀਕ ਨੂੰ, ਅਗਲੇ 15 ਤਰੀਕ ਨੂੰ ਇਹਨੇ ਸੈਲਰੀ ਦੇਣੀ ਹੈ 45 ਦਿਨ ਪੂਰੇ ਕਰਕੇ। ਜੂਨ ਮੰਥ ਦੀ ਵੀ ਜਿਸ ਤਰ੍ਹਾਂ ਸਾਡੀ ਪਈ ਹੈ, ਜੂਨ ਮੰਥ ਦੀ ਸੈਲਰੀ ਮੈਂ ਮੰਗ ਰਹੀ ਹਾਂ। ਅਜੇ ਤੱਕ ਮੇਰੀ ਜੂਨ ਦੀ ਛੱਡ ਕੇ ਜੁਲਾਈ ਦੀ ਤੇ ਦੂਰ ਦੀ ਗੱਲ ਹੈ, ਅਜੇ ਤੱਕ ਜੂਨ ਦੀ ਨਹੀਂ ਇਹਨਾਂ ਨੇ ਪੂਰੀ ਕੀਤੀ। ਤੇ ਤੁਹਾਡੇ ਵੱਲੋਂ ਕਿਸੇ ਨੂੰ ਕੰਪਲੇਂਟ ਕੀਤੀ ਗਈ ਹੈ ਪ੍ਰਸ਼ਾਸਨ ਨੂੰ? ਸਰ ਅਸੀਂ ਸਾਰਾ ਸਟਾਫ ਹੀ ਸੀਗਾ ਜਿਹੜਾ ਮਿਲ ਕੇ ਸੀਪੀ ਸਾਹਿਬ ਦੇ ਪੇਸ਼ ਹੋਏ ਸੀਗੇ। ਸੀਪੀ ਸਾਹਿਬ ਖੋਸਾ ਸਾਹਿਬ ਨੂੰ ਵੀ ਮਿਲੇ ਹੋਏ ਆ। ਖੋਸਾ ਸਾਹਿਬ ਵੱਲੋਂ ਤੇ ਇਹਨਾਂ ਵੀ ਕਹਿੰਦੇ ਨਜ਼ਰ ਆਏ ਸੀਗੇ ਪਹਿਲਾਂ ਕਿ ਅਸੀਂ ਸਾਡੀ ਪਹੁੰਚ ਕਾਫੀ ਉੱਤੋਂ ਤੱਕ ਹੈਗੀ ਆ ਤੇ ਕੁਝ ਹੋਣਾ ਤਾਂ ਹੈ ਨਹੀਂ ਤੁਹਾਡਾ, ਤਾਂ ਕਰਕੇ ਸਾਨੂੰ ਮੀਡੀਆ ਦੀ ਹੈਲਪ ਲੈਣੀ ਪਈ, ਤਾਂ ਕਰਕੇ ਅਸੀਂ ਮੀਡੀਆ 'ਚ ਆਏ ਅੱਜ। ਜੀ ਮੈਮ, ਜਿਹੜਾ ਇਮੀਗ੍ਰੇਸ਼ਨ ਦਾ ਤੁਹਾਡੇ ਕੋਲ ਮਸਲਾ ਹੈ, ਕੀ ਸਾਹਮਣੇ ਆਇਆ ਉਹਦੇ 'ਚ? ਇਮੀਗ੍ਰੇਸ਼ਨ ਦਾ ਮਸਲਾ ਹੈਗਾ ਸਾਡੇ ਕੋਲ ਆਇਆ ਜੀ। ਇਹ ਬਲੂ ਹਿਲਸ ਨਾਮ ਦਾ ਇਮੀਗ੍ਰੇਸ਼ਨ ਹੈ, ਜਿੱਥੇ ਸਤਿੰਦਰ ਕੌਰ ਨਾਮ ਦੀ ਲੜਕੀ ਕੰਮ ਕਰਦੀ ਸੀ। ਇਹਦੀ ਕੰਪਲੇਂਟ ਇਹ ਕਿ ਇਹਨੇ ਸਾਡੇ ਸਟਾਫ ਦੀਆਂ ਜਿਹੜੀਆਂ ਸੈਲਰੀਜ਼ ਨਹੀਂ ਦਿੱਤੀਆਂ। ਕੰਪਲੇਂਟ ਲੈ ਲਈ ਗਈ ਹੈ, ਅੱਗੇ ਮਾਮਲਾ ਵੈਰੀਫਾਈ ਕਰਕੇ ਇਹਨਾਂ ਦੀਆਂ ਸੈਲਰੀਜ਼ ਜਿਹੜੀਆਂ ਜੋ ਵੀ ਮਸਲਾ ਹੈਗਾ ਉਹ ਸੌਰਟ ਆਊਟ ਕਰਾਂਗੇ। ਜਿਹੜੀ 5 ਦਿਨ ਹੋ ਗਏ ਅੱਜ ਕੰਪਲੇਂਟ ਦਿੱਤੀ, ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹ ਸਾਹਮਣੇ ਆ ਰਹੇ ਨੇ? ਹਾਂਜੀ, ਉਹਨਾਂ ਨਾਲ ਗੱਲਬਾਤ ਹੋਈ ਹੈ। ਉਹ ਕਹਿੰਦੇ ਅਸੀਂ ਆਊਟ ਆਫ ਸਿਟੀ ਹੈਗੇ ਆ, ਆਉਂਦੇ ਆ, ਜਦੋਂ ਵੀ ਆਉਂਦੇ ਆ ਇਹਨਾਂ ਦੇ ਨਾਲ ਇਹਨਾਂ ਦਾ ਜੋ ਵੀ ਫੈਸਲਾ ਹੁੰਦਾ ਉਹ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਕਿ ਇਮੀਗ੍ਰੇਸ਼ਨ ਦਾ ਨਾ ਹੀ ਲਾਇਸੈਂਸ ਹੈ ਤੇ ਨਾ ਹੀ ਜਿਹੜਾ ਵਰਕ ਪਰਮਿਟ ਹੈ ਉਹਨਾਂ ਕੋਲ ਲਾਇਸੈਂਸ ਹੈ। ਤੇ ਉਸ ਦੇ ਇਹ ਵੇਖੋ ਜੀ, ਇਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ। ਜਦੋਂ ਆਉਣਗੇ ਅਸੀਂ ਉਹਨਾਂ ਕੋਲ ਲਾਇਸੈਂਸ ਮੰਗਾਂਗੇ। ਜਦੋਂ ਵੀ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਕਾਰਵਾਈ ਹੋਏਗੀ। ਓਕੇ।